ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀਆਂ ਦਾ ਇੱਕ ਹੋਰ ਕਾਰਾ ਆਇਆ ਸਾਹਮਣੇ। ਸੈਕਸ਼ੂਅਲ ਅਸੌਲਟ ਦੇ ਵਿੱਚ ਆਇਆ ਨਾਮ। ਕੈਨੇਡਾ ਵਿੱਚ 10 ਵਿਅਕਤੀਆਂ ਦਾ ਕਤਲ, ਮੰਦਭਾਗੀ ਘਟਨਾ ਆਈ ਸਾਹਮਣੇ। ਯਾਤਰੀਆਂ ਦੀ ਗਿਣਤੀ ਵਿੱਚ ਵਾਧਾ, ਲੌਂਗ ਵੀਕਐਂਡ ਦੇ ਬਾਰੇ ਆਈ ਜਾਣਕਾਰੀ। ਵਰਕਰਾਂ ਨੇ ਬੋਲੇ ਜਗਮੀਤ ਸਿੰਘ, ਸਾਂਝੀਆਂ ਕੀਤੀਆਂ ਕੁਝ ਕਹਾਣੀਆਂ। ਪੰਜਾਬੀਆਂ ਦਾ ਇੱਕ ਹੋਰ ਕਾਰਾ ਕੈਨੇਡਾ ਤੋਂ ਸਾਹਮਣੇ ਆਇਆ। ਸੈਕਸ਼ੂਅਲ ਅਸੌਲਟ ਦੇ ਵਿੱਚ 3 ਦਾ ਨਾਮ ਸਾਹਮਣੇ ਆਇਆ। ਪੁਲਿਸ ਵੱਲੋਂ ਇਹਨਾਂ ਦੀ ਪਹਿਚਾਣ ਤਾਂ ਜਨਤਕ ਨਹੀਂ ਕੀਤੀ ਗਈ, ਪਰ ਇਹਨਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ। ਇਹਨਾਂ 3 ਸਸਪੈਕਟਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਇੱਕ ਔਰਤ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ। ਹੁਣ ਤੱਕ ਦੀ ਅਪਡੇਟ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟੋਰਾਂਟੋ ਤੋਂ ਸੈਕਸ਼ੂਅਲੀ ਅਸੌਲਟ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਵੱਲੋਂ 3 ਸਸਪੈਕਟਸ ਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ 3 ਸਸਪੈਕਟਸ ਦੀਆਂ ਤਸਵੀਰਾਂ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਤੋਂ ਦੇਖ ਕੇ ਉਹ ਪੰਜਾਬੀ ਲੱਗ ਰਹੇ ਹਨ। ਪਰ ਦੱਸ ਦਈਏ ਕਿ ਪੁਲਿਸ ਵੱਲੋਂ ਅਜੇ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਸੈਕਸ਼ੂਅਲ ਅਸੌਲਟ ਦਾ ਮਾਮਲਾ ਸਾਹਮਣੇ ਆਇਆ, ਉਸ ਸੰਬੰਧੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ 27 ਅਗਸਤ ਦੌਰਾਨ ਸਾਹਮਣੇ ਆਈ, ਜਿੱਥੇ 31 ਸਾਲਾ ਔਰਤ ਬਲਰ ਸਟਰੀਟ ਵੈਸਟ ਅਤੇ ਬਾਥਰਾ ਸਟਰੀਟ ਦੇ ਨੇੜੇ ਖੜੀ ਸੀ। ਇਸ ਦੌਰਾਨ ਉਸ ਦਾ ਸਾਹਮਣਾ 3 ਜਾਣਿਆਂ ਨਾਲ ਹੋਇਆ, ਜਿਨ੍ਹਾਂ ਨੂੰ ਉਹ ਪਹਿਲਾਂ ਕਦੇ ਨਹੀਂ ਮਿਲੀ ਸੀ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਨਿਊਜ਼ ਰਿਲੀਜ਼ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਤੋਂ ਇਲਾਵਾ ਕੋਈ ਹੋਰ ਡਿਟੇਲ ਤਾਂ ਨਹੀਂ ਦਿੱਤੀ ਗਈ, ਪਰ ਪੁਲਿਸ ਵਿਭਾਗ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀ ਭਾਲ ਕਰਨ ਦੇ ਵਿੱਚ ਮਦਦ ਕੀਤੀ ਜਾਵੇ। ਇਹ ਤਿੰਨੋਂ ਜਾਣੇ 25 ਤੋਂ 35 ਸਾਲ ਦੇ ਵਿਚਕਾਰ ਮੰਨੇ ਜਾ ਰਹੇ ਨੇ। ਪਹਿਲੇ ਸਸਪੈਕਟ ਨੂੰ ਆਖਰੀ ਵਾਰ ਜਦੋਂ ਦੇਖਿਆ ਗਿਆ ਤਾਂ ਉਸਨੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਸੀ। ਉਸਦੇ ਵੱਡੇ ਪੈਚ ਵਾਲੀ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਦੂਸਰੇ ਸਸਪੈਕਟ ਦੇ ਬਰਗੰਡੀ ਪੱਗ ਬੰਨੀ ਹੋਈ ਦਿਖਾਈ ਦੇ ਰਹੀ ਹੈ ਤੇ ਉਸਨੇ ਚੈੱਕ ਸ਼ਰਟ ਪਹਿਨੀ ਹੋਈ ਹੈ। ਤੀਸਰੇ ਸਸਪੈਕਟ ਦੇ ਸਿਰ ਦੇ ਉੱਪਰ ਛੋਟੇ ਭੂਰੇ ਰੰਗ ਦੇ ਵਾਲ ਦੱਸੇ ਗਏ ਤੇ ਉਸਨੇ ਲਾਲ ਲੰਬੀਆਂ ਬਾਹਾਂ ਵਾਲੀ ਸ਼ਰਟ ਪਾਈ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਜੇ ਪੀੜਤ ਦੀ ਪਹਿਚਾਣ ਵੀ ਉਹਨਾਂ ਵੱਲੋਂ ਨਹੀਂ ਦੱਸੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਬਾਕੀ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡਿਟੇਲ ਸਾਂਝੀ ਕੀਤੀ ਜਾਵੇਗੀ। ਕੈਨੇਡਾ ਦੇ ਸੂਬੇ ਸਸਕੈਚੁਆਨ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ, ਜਿਸ ਵਿੱਚ 10 ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਤੇ 18 ਜਾਣੇ ਚਾਕੂ ਲੱਗਣ ਕਾਰਨ ਜ਼ਖਮੀ ਦੱਸੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਝੰਡੇ ਨੂੰ ਅੱਧਾ ਝੁਕਾਇਆ ਜਾਵੇਗਾ। ਇਸ ਤੋਂ ਇਲਾਵਾ ਹੁਣ ਤਾਜ਼ੀ ਅਪਡੇਟ ਵੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ। ਕੀ ਕੁਝ ਇਸ ਦੇ ਵਿੱਚ ਦੱਸਿਆ ਗਿਆ, ਤੁਹਾਨੂੰ ਸਾਰੀ ਡਿਟੇਲ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਦੇ ਸੂਬੇ ਸਸਕੈਚੁਆਨ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ, ਜਿੱਥੇ 10 ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਤੇ 18 ਚਾਕੂ ਲੱਗਣ ਕਾਰਨ ਜ਼ਖਮੀ ਹੋਏ ਹਨ। ਇਹ ਮਾਮਲਾ ਸਸਕੈਚੁਆਨ ਸੂਬੇ ਤੋਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ, ਸਹਿਮ ਅਤੇ ਸਨਾਟੇ ਦਾ ਆਲਮ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਸੰਬੰਧੀ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 31 ਸਾਲਾ ਡੈਮੀਅਨ ਸੈਂਡਰਸਨ ਅਤੇ 30 ਸਾਲਾ ਮਾਈਲਜ਼ ਸੈਂਡਰਸਨ ਦੇ ਉੱਪਰ ਉਹਨਾਂ ਵੱਲੋਂ ਚਾਰਜਸ ਲਗਾਏ ਗਏ ਹਨ। 10 ਬੰਦਿਆਂ ਨੂੰ ਮਾਰਨ ਅਤੇ 18 ਹੋਰਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਚੱਲਦਿਆਂ ਇਹਨਾਂ ਦੋਹਾਂ ਉੱਪਰ ਫਰਸਟ ਡਿਗਰੀ ਮਰਡਰ ਚਾਰਜਸ ਪੁਲਿਸ ਵੱਲੋਂ ਲਗਾ ਦਿੱਤੇ ਗਏ ਹਨ। ਦੱਸੀਏ ਕਿ ਇਹਨਾਂ 2 ਸਸਪੈਕਟਸ ਨੂੰ ਫੜਨ ਵਾਸਤੇ ਪੁਲਿਸ ਨੇ ਪੂਰੇ ਦੇਸ਼ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਤੇ ਸਸਕੈਚੁਆਨ ਸੂਬੇ ਵਿੱਚ ਸਟੇਟ ਆਫ ਐਮਰਜੈਂਸੀ ਵੀ ਐਲਾਨ ਕਰ ਦਿੱਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਰੇ ਮਾਮਲੇ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਹੁਕਮ ਦੇ ਦਿੱਤੇ ਹਨ ਕਿ ਕੈਨੇਡਾ ਦੇ ਝੰਡੇ ਨੂੰ ਅੱਧਾ ਝੁਕਾ ਕੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੈਂ ਕਾਮਨਾ ਕਰਦਾ ਹਾਂ ਕਿ ਜਿਹੜੇ ਜ਼ਖਮੀ ਨੇ ਉਹ ਜਲਦ ਠੀਕ ਹੋ ਜਾਣ। ਇਸ ਘਟਨਾ ਸੰਬੰਧੀ ਸਸਕੈਚੁਆਨ ਦੇ RCMP ਕਮਾਂਡਿੰਗ ਆਫੀਸਰ ਬਲੈਕ ਮੋਰੇ ਵੱਲੋਂ ਕਿਹਾ ਗਿਆ ਕਿ ਉਹ ਸਸਪੈਕਟਸ ਨੂੰ ਫੜਨ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੇ ਹਨ ਅਤੇ ਇਸ ਕੰਮ ਵਾਸਤੇ ਹਰ ਤਰੀਕੇ ਦੀ ਉਪਲਬਧ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਥਿਆਰੇ ਕਾਲੇ ਰੰਗ ਦੀ ਇੱਕ ਗੱਡੀ ਦੇ ਵਿੱਚ ਰਜਾਈਨਾ ਸਿਟੀ ਅੰਦਰ ਘੁੰਮਦੇ ਹੋਏ ਦਿਖਾਈ ਦਿੱਤੇ। ਇਹ ਦੋਨੋਂ ਸਸਪੈਕਟ ਕੈਪੀਟਲ ਸਿਟੀ ਰਜਾਈਨਾ ਤੋਂ ਕਰੀਬ 320 ਕਿਲੋਮੀਟਰ ਦੂਰ ਐਤਵਾਰ ਵਾਲੇ ਦਿਨ ਵੈਲਡਨ ਨਾਮੀ ਪਿੰਡ ਵਿੱਚ ਦਾਖਲ ਹੋਏ, ਜਿੱਥੇ ਉਹਨਾਂ ਨੇ ਚਾਕੂਆਂ ਨਾਲ ਉਸ ਪਿੰਡ ਦੇ
ਵਾਸੀ ਇੰਡੀਜੀਅਸ ਲੋਕਾਂ ਤੇ ਹਮਲਾ ਕੀਤਾ। ਇਹਨਾਂ ਤੋਂ ਕਾਤਲਾਂ ਨੇ 13 ਸਥਾਨਾਂ ਤੇ ਲੋਕਾਂ ਨੂੰ ਆਪਣਾ ਟਾਰਗੇਟ ਬਣਾ ਕੇ 10 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 18 ਹੋਰਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। RCMP ਦੇ ਕਮਾਂਡਿੰਗ ਆਫੀਸਰ ਦੇ ਮੁਤਾਬਕ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇੱਥੇ ਇਹਨਾਂ ਸਸਪੈਕਟਸ ਵੱਲੋਂ ਕਤਲ ਕਿਉਂ ਕੀਤੇ ਗਏ। ਇਹਨਾਂ ਕਤਲਾਂ ਦੇ ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਮਾਡਰਨ ਹਿਸਟਰੀ ਵਿੱਚ ਇਸ ਤਰੀਕੇ ਦੀ ਸਭ ਤੋਂ ਘਿਨੌਣੀ ਵਾਰਦਾਤ ਇਹ ਸਾਹਮਣੇ ਆਈ ਹੈ। ਕਾਤਲਾਂ ਵਿੱਚ ਮਾਈਲਸ ਪੁਲਿਸ ਨੂੰ ਪਹਿਲਾਂ ਹੀ ਵਾਂਟਡ ਸੀ ਕਿਉਂਕਿ ਚੋਰੀ, ਅਸੌਲਟ ਅਤੇ ਹੋਰ ਕਈ ਵਾਰਦਾਤਾਂ ਵਿੱਚ ਉਸ ਨੂੰ ਸ਼ਾਮਿਲ ਪਾਇਆ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਣਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਵੀ ਕਾਫੀ ਸਹਿਮੇ ਹੋਏ ਦਿਖਾਈ ਦੇ ਰਹੇ ਨੇ। ਇੰਡੀਜੀਅਸ ਲੋਕਾਂ ਦੇ ਉੱਪਰ ਇਹ ਹਮਲਾ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਸ ਧਰਤੀ ਦੇ ਅਸਲ ਵਾਰਿਸ ਹੋਣ ਦੇ ਬਾਵਜੂਦ ਇੰਡੀਜੀਅਸ ਮੂਲ ਦੇ ਲੋਕਾਂ ਦੀ ਜਨਸੰਖਿਆ ਬਹੁਤ ਸੀਮਿਤ ਹੈ। ਕੈਨੇਡਾ ਦੀ ਕੁੱਲ 38 ਮਿਲੀਅਨ ਆਬਾਦੀ ਵਿੱਚ ਇੰਡੀਜੀਅਸ ਲੋਕਾਂ ਦੀ ਗਿਣਤੀ ਸਿਰਫ 5% ਦੀ ਹੈ। Good morning, it's Evan Bray, Chief of Police for the Regina Police Service, just giving you an update on the search for the 2 suspects related to yesterday's series of horrific incidents in and around the James Smith Cree Nation. Unfortunately, the 2 males are still at large, this despite ongoing relentless efforts through the night by both the RCMP and the Regina Police Service to locate these 2 individuals. They have not yet been located, and so efforts continue. We've got a fresh set of investigators and shifts coming in today that will take over this investigation, and we will not stop this investigation until we have those 2 safely in custody. Just an important message to reiterate. We are confident that someone out there knows the whereabouts of these 2 and has information that would be valuable to the police. And I urge you to get in touch with your local police service to let us know. Whether it's the Regina Police Service, the RCMP, this is an ongoing active investigation and again will not stop until these 2 have been arrested. So any information that you or someone you know might be able to provide to us could be very meaningful in bringing about a resolution to this part of the investigation. There's a lot of grief. There's a lot of anxiety in our province and in our communities this morning and all day yesterday. And really, I think an important step for families and communities working through this will be to bring these 2 safely into custody. And so again, if anyone has any information, I would urge you to reach out to your local police service and let us know. We will bring you continued updates as they are available throughout the day today. Thank you very much. Stay safe, Saskatchewan. ਲੌਂਗ ਵੀਕਐਂਡ ਦੌਰਾਨ ਪੈਸੇਂਜਰਸ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ। 에ਅਰਪੋਰਟ ਦੇ ਉੱਪਰ ਵੀ ਰਸ਼ ਦਿਖਾਈ ਦਿੱਤਾ ਤੇ ਨਾਲ ਹੀ ਫੈਰੀਜ਼ ਵੱਲੋਂ ਵੀ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਸੀ ਕਿ ਲੌਂਗ ਵੀਕਐਂਡ ਦੌਰਾਨ ਹੁਣ ਯਾਤਰੀਆਂ ਦੀ ਯਾਨੀ ਕਿ ਪੈਸੇਂਜਰਸ ਦੀ ਅੱਜ ਗਿਣਤੀ ਵੱਧ ਸਕਦੀ ਹੈ ਤੇ ਇਸੇ ਤਰ੍ਹਾਂ ਦੀ ਸਥਿਤੀ ਵੇਖਣ ਨੂੰ ਮਿਲੀ। ਲੌਂਗ ਵੀਕਐਂਡ ਦੇ ਬਾਵਜੂਦ ਵੀ ਅੱਜ ਕੈਨੇਡਾ ਵਿੱਚ ਬਿਜ਼ੀ ਟਰੈਵਲ ਡੇ ਨਜ਼ਰ ਆਇਆ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਲਗਾਤਾਰ ਯਾਤਰੀਆਂ ਨੂੰ ਇਸ ਸੰਬੰਧੀ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਸੋਮਵਾਰ ਨੂੰ ਕਾਫੀ ਜ਼ਿਆਦਾ ਲੋਕ ਯਾਤਰਾ ਕਰ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਕਿਹਾ ਜਾ ਰਿਹਾ ਸੀ ਕਿ ਲੌਂਗ ਵੀਕਐਂਡ ਦੌਰਾਨ ਜੋ ਲੋਕ ਅਲੱਗ-ਅਲੱਗ ਥਾਵਾਂ ਦੇ ਉੱਪਰ ਗਏ ਹੋਏ ਨੇ ਉਹ ਵਾਪਸ ਆਉਣਗੇ, ਜਿਸ ਕਾਰਨ ਪੈਸੇਂਜਰਸ ਦੀ ਗਿਣਤੀ ਕਾਫੀ ਵੱਧ ਨਜ਼ਰ ਆਵੇਗੀ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਇਸ ਗੱਲ ਨੂੰ ਲੈ ਕੇ ਰეკਮੈਂਡੇਸ਼ਨ ਜਾਰੀ ਕੀਤੀ ਗਈ ਸੀ ਕਿ ਲੋਕ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾ ਲੈਣ। ਇਸ ਬਾਰੇ ਲਗਾਤਾਰ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਮੈਟਰੋ ਵੈਨਕੂਵਰ ਵੱਲ ਯਾਤਰਾ ਕਰ ਰਹੇ ਨੇ ਤੇ ਜਿਨ੍ਹਾਂ ਕੋਲ ਬੁਕਿੰਗ ਨਹੀਂ ਹੈ ਉਹ ਲੈਸ ਬਿਜ਼ੀ ਟਾਈਮ ਦੇ ਵਿੱਚ ਹੀ ਯਾਤਰਾ ਕਰਨ। ਇਸ ਤੋਂ ਇਲਾਵਾ ਲੇਬਰ ਡੇ ਲੌਂਗ ਵੀਕਐਂਡ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਵੀ ਕਾਫੀ ਬਿਜ਼ੀ ਨਜ਼ਰ ਆਇਆ ਕਿਉਂਕਿ ਇੱਥੇ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਦੱਸੀ ਗਈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ 29 ਅਗਸਤ ਤੋਂ 5 ਸਤੰਬਰ ਤੱਕ 4,61,000 ਤੋਂ ਵੱਧ ਯਾਤਰੀਆਂ ਵੱਲੋਂ ਸਫ਼ਰ ਕੀਤਾ ਗਿਆ, ਜਦਕਿ ਪਹਿਲਾਂ ਇਸ ਦਾ ਅੰਕੜਾ ਘੱਟ ਦੱਸਿਆ ਜਾ ਰਿਹਾ ਸੀ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਵੱਲੋਂ ਵੀ ਸੋਸ਼ਲ ਮੀਡੀਆ ਉੱਪਰ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਸੀ ਕਿ ਉਹਨਾਂ ਨੂੰ ਕਿੰਨਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਤੇ ਉਹ ਕਿੰਨੇ ਘੰਟੇ ਪਹਿਲਾਂ 에ਅਰਪੋਰਟ ਦੇ ਵੱਲ ਪਹੁੰਚਣ। ਲੇਬਰ ਡੇ ਦੇ ਮੌਕੇ ਦੇ ਉੱਪਰ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖਾਸ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਨੇ ਵਰਕਰਾਂ ਦੇ ਬਾਰੇ ਆਪਣੀ ਆਵਾਜ਼ ਚੁੱਕੀ ਹੈ ਤੇ ਨਾਲ ਹੀ ਕੁਝ ਦੀ ਕਹਾਣੀ ਸਾਂਝੀ ਕਰਦੇ ਹੋਏ ਵੀ ਉਹ ਦਿਖਾਈ ਦਿੱਤੇ। ਕੀ ਕਹਿਣਾ ਜਗਮੀਤ ਸਿੰਘ ਦਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵਰਕਰਸ ਵਾਸਤੇ ਆਵਾਜ਼ ਚੁੱਕੀ ਗਈ।
ਉਹਨਾਂ ਨੇ ਕੁਝ ਕਰਮਚਾਰੀਆਂ ਦੀ ਕਹਾਣੀ ਸਾਂਝੀ ਕੀਤੀ ਹੈ। ਇਸ ਦੌਰਾਨ ਉਹ ਵਰਕਰਸ ਨੂੰ ਲੈ ਕੇ ਕਾਫੀ ਗੱਲਾਂ ਸਾਂਝੀਆਂ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਦਿਆਂ ਇੱਕ ਵੀਡੀਓ ਪਾਈ ਹੈ। ਇਸ ਵਿੱਚ ਜਗਮੀਤ ਸਿੰਘ ਵੱਲੋਂ ਕੀ ਕਿਹਾ ਗਿਆ, ਉਹ ਵਰਕਰਸ ਵਾਸਤੇ ਕੀ ਕਹਿਣਾ ਚਾਹੁੰਦੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। I want to share with you the story of some workers at Starbucks at Clayton Crossing in Surrey. These are workers like many other workers who went into their workplace, working hard, and were feeling like they weren't getting respect. They knew that their place of work was one of the busiest in Western Canada and that they were earning the company a lot of money, but they weren't seeing the benefit of that. In fact, that's a reality for a lot of workers. Corporations across the country are posting record profits, but workers haven't seen a wage increase. Workers are still struggling right now to buy food, to put food on the table, to buy groceries. They're struggling to put gas in their cars. All the while, corporations are making record profits. So what can a worker do in a situation where corporations continue to make these record profits and they're not seeing any benefit? One of the most powerful things a worker can do is join a union. Everywhere we look across the world, unionized workers have better wages, have better work conditions, and have respect. So these workers in Surrey had a choice. They could continue to work hard and not get respect, or they could do something about it. And they decided to organize, to mobilize, to join a union, and now they're getting respect. They're going to get fair wages. And that's a story I think a lot of us can be inspired by. In a rigged system designed by liberals and conservatives where those at the top continue to make record profits and workers continue to suffer, we need to rise up. I believe we can do better. I believe workers can organize and get fair wages and get respect. That's why I got into politics. I remember what it's like working multiple jobs. When I was living in London, I took in my brother. I was going to university and making sure he was doing well in high school. And I had to work 3 jobs at one point to put food on the table. And I know how hard that is. Now, workers shouldn't have to work multiple jobs and struggle just to put food on the table. Workers should have respect and dignity, be able to earn a good living, be able to provide for their family. ਕੈਲੀਫੋਰਨੀਆ ਦੇ ਕੁਝ ਹਿੱਸਿਆਂ ਵਿੱਚ ਇਸ ਸਮੇਂ ਜੰਗਲ ਦੀ ਅੱਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਖਬਰ ਦੇ ਵਿੱਚ ਦੱਸਿਆ ਗਿਆ ਕਿ 2 ਜਾਣਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮੌਜੂਦਾ ਇੱਥੇ ਕੀ ਸਥਿਤੀ ਬਣੀ ਹੋਈ ਹੈ। ਕੈਲੀਫੋਰਨੀਆ ਦੇ ਕੁਝ ਹਿੱਸਿਆਂ ਵਿੱਚ ਜੋ ਇਸ ਸਮੇਂ ਵਾਈਲਡ ਫਾਇਰ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਖਬਰ ਸਾਹਮਣੇ ਆ ਰਹੀ ਹੈ ਕਿ ਨਾਰਥਰਨ ਕੈਲੀਫੋਰਨੀਆ ਵਾਈਲਡ ਫਾਇਰ ਕਾਰਨ 2 ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਵਿੱਚ ਦੱਸਿਆ ਗਿਆ ਕਿ ਅਜੇ ਵੀ 1000 ਲੋਕ ਇਵੈਕੂਏਸ਼ਨ ਅਧੀਨ ਹਨ। ਫਾਇਰ ਫਾਈਟਰਸ ਲਗਾਤਾਰ ਆਪਣੇ ਕੰਮ ਵਿੱਚ ਜੁਟੇ ਹੋਏ ਨੇ। ਸ਼ਨੀਵਾਰ ਵਾਲੇ ਦਿਨ ਤੱਕ ਖਬਰ ਸਾਹਮਣੇ ਆਈ ਸੀ ਕਿ 300 ਦੇ ਕਰੀਬ ਲੋਕ ਅਜੇ ਇਵੈਕੂਏਸ਼ਨ ਆਰਡਰ ਅਧੀਨ ਹਨ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ਦੇ ਉੱਪਰ ਅਧਿਕਾਰੀਆਂ ਵੱਲੋਂ ਕੈਲੀਫੋਰਨੀਆ ਦੇ ਵਿੱਚ ਇਸ ਸਮੇਂ ਜੋ ਵਾਈਲਡ ਫਾਇਰ ਉਸ ਦੀ ਸਥਿਤੀ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 6000 ਏਕੜ ਇਸ ਜੰਗਲ ਦੀ ਅੱਗ ਕਾਰਨ ਪ੍ਰਭਾਵਿਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇੱਥੇ ਕਿੰਨੇ ਫਾਇਰ ਫਾਈਟਰਸ ਆਪਣੇ ਕੰਮ ਵਿੱਚ ਜੁਟੇ ਹੋਏ ਹਨ। ਤਾਜ਼ਾ ਜਾਣਕਾਰੀ ਦੇ ਵਿੱਚ ਸ਼ੈਰਿਫ ਵੱਲੋਂ ਇਹ ਦੱਸਿਆ ਗਿਆ ਕਿ ਕੈਲੀਫੋਰਨੀਆ ਵਾਈਲਡ ਫਾਇਰ ਦੇ ਵਿੱਚ 2 ਜਾਣਿਆਂ ਦੀ ਮੌਤ ਹੋ ਚੁੱਕੀ ਹੈ। ਪਰ ਦੱਸ ਦਈਏ ਕਿ ਇਹਨਾਂ ਪੀੜਤਾਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਦੀ ਚੋਣ ਹੋ ਗਈ ਹੈ। ਉਹਨਾਂ ਵੱਲੋਂ ਰਿਸ਼ੀ ਸੁਨਕ ਨੂੰ ਹਰਾ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ ਜਿੱਤ ਹਾਸਲ ਕੀਤੀ ਹੈ। ਲਿਜ਼ ਟਰਸ ਦਾ ਹੁਣ ਨਾਮ ਸਾਹਮਣੇ ਆਇਆ ਬ੍ਰਿਟੇਨ ਦੇ ਵਿੱਚ, ਜਿਹੜੇ ਕਿ ਬੋਰਿਸ ਜੌਨਸਨ ਦੀ ਜਗ੍ਹਾ ਲੈਣਗੇ। ਇਸ ਬਾਰੇ ਹੋਰ ਕੀ ਡਿਟੇਲ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਲਿਜ਼ ਟਰਸ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ। ਲਿਜ਼ ਟਰਸ ਵੱਲੋਂ ਬਾਜ਼ੀ ਮਾਰੀ ਗਈ। ਉਹਨਾਂ ਵੱਲੋਂ ਰਿਸ਼ੀ ਸੁਨਕ ਨੂੰ ਹਰਾਇਆ ਗਿਆ, ਜਿਸ ਤੋਂ ਬਾਅਦ ਹੁਣ ਉਹ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ। ਜੀ ਹਾਂ, ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਨਵੀਂ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ। ਉਹ ਬੋਰਿਸ ਜੌਨਸਨ ਦੀ ਹੁਣ ਥਾਂ ਲੈਣਗੇ। ਲਿਜ਼ ਟਰਸ ਨੂੰ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਲਿਜ਼ ਟਰਸ ਪ੍ਰਧਾਨ ਮੰਤਰੀ ਵਜੋਂ ਮੰਗਲਵਾਰ ਨੂੰ ਸਹੁੰ ਚੁੱਕਣ ਜਾ ਰਹੇ ਨੇ। ਦੱਸ ਦਈਏ ਕਿ ਲਿਜ਼ ਟਰਸ ਥੈਰੇਸਾ ਮੇ ਅਤੇ ਮਾਰਗਰੇਟ ਤੋਂ ਬਾਅਦ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਏ ਹਨ। ਜਾਣਕਾਰੀ ਮੁਤਾਬਕ 42 ਸਾਲ ਦੀ ਸੁਨਕ ਨੂੰ ਪੀਐਮ ਦੀ ਦੌੜ ਦੇ ਵਿੱਚ 47 ਸਾਲ ਦੀ ਟਰਸ ਨੇ ਹਰਾ ਦਿੱਤਾ ਹੈ। ਪੀਐਮ ਦੀ ਇਸ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕਰੀਬ 1,60,000 ਤੋਂ ਵੱਧ ਮੈਂਬਰਸ ਵੱਲੋਂ ਵੋਟ ਪਾਈ ਗਈ।
ਚੋਣਾਂ ਤੋਂ ਪਹਿਲਾਂ ਜੋ ਸਰਵੇ ਸਾਹਮਣੇ ਆ ਰਹੇ ਸਨ ਉਸ ਵਿੱਚ ਦੱਸਿਆ ਗਿਆ ਕਿ ਰਿਸ਼ੀ ਇਸ ਦੌੜ ਵਿੱਚ ਪਛੜ ਗਏ ਨੇ। ਬ੍ਰਿਟਿਸ਼ ਭਾਰਤੀ ਨਾਗਰਿਕ ਸੁਨਕ ਨੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿੱਤੇ ਤਾਂ ਉਨ੍ਹਾਂ ਵੱਲੋਂ ਮਹਿੰਗਾਈ ਦੇ ਉੱਪਰ ਕਾਬੂ ਪਾਇਆ ਜਾਵੇਗਾ। ਇਸ ਤੋਂ ਇਲਾਵਾ ਟਰਸ ਨੇ ਵੀ ਟੈਕਸ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਸੀ। ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਦੇ ਵਿੱਚ ਪੀੜਤ ਦੀ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ, ਪਰ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਖਬਰ ਟੋਰਾਂਟੋ ਤੋਂ ਸਾਹਮਣੇ ਆਈ ਹੈ, ਜਿੱਥੇ ਹਾਈਵੇ 401 ਦੇ ਉੱਪਰ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਵਾਹਨ ਨੂੰ ਚਲਾਉਣ ਵਾਲੀ ਔਰਤ ਦੀ ਮੌਤ ਹੋਣ ਦੇ ਬਾਰੇ ਅਧਿਕਾਰੀਆਂ ਵੱਲੋਂ ਡੀਟੇਲ ਦਿੱਤੀ ਗਈ। ontario ਪੁਲਿਸ ਵੱਲੋਂ ਇਸ ਬਾਰੇ ਦੱਸਿਆ ਗਿਆ ਹੈ ਕਿ ਇਹ ਮਾਮਲਾ 8 ਵਜੇ ਦੇ ਕਰੀਬ ਨੈਲਸਨ ਰੋਡ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ 2 ਵਾਹਨਾਂ ਦੀ ਟੱਕਰ ਹੋਈ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਚਿੱਟੇ ਰੰਗ ਦੀ ਸੈਡਾਨ ਦੀ SUV ਨਾਲ ਟੱਕਰ ਹੋ ਗਈ। ਦੱਸੀਏ ਕਿ ਸੈਡਾਨ ਗੱਡੀ ਦੇ ਵਿੱਚ ਔਰਤ ਡਰਾਈਵਰ ਇਸ ਗੱਡੀ ਨੂੰ ਚਲਾ ਰਹੀ ਸੀ, ਜਿਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਇਸ ਔਰਤ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ SUV ਦੇ ਡਰਾਈਵਰ ਨੂੰ ਹਲਕੀਆਂ ਸੱਟਾਂ ਆਈਆਂ ਨੇ। ਉਸ ਨੂੰ ਮਾਮੂਲੀ ਸੱਟਾਂ ਆਈਆਂ, ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੀ ਜ਼ਰੂਰਤ ਨਹੀਂ ਪਈ। ਪੁਲਿਸ ਵੱਲੋਂ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪੀੜਤ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਹੋਰ ਡਿਟੇਲ ਸਾਂਝੀ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਅਗਲੀ ਅਪਡੇਟ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਕੈਨੇਡਾ ਦੇ ਇੱਕ ਹਿੱਸੇ ਵਿੱਚ ਹਾਦਸਾ ਵਾਪਰਿਆ, ਜਿੱਥੇ ਇੱਕ ਜਣਾ ਜ਼ਖਮੀ ਹੋ ਗਿਆ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਫੈਸ਼ਨ ਡਿਸਟ੍ਰਿਕਟ ਦੇ ਉੱਪਰ ਇੱਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਸ ਵਿਅਕਤੀ ਨੂੰ ਵਾਹਨ ਦੀ ਟੱਕਰ ਲੱਗੀ, ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਵੱਲੋਂ ਦਿੱਤੀ ਗਈ ਡਿਟੇਲ ਮੁਤਾਬਕ ਇਹ ਮਾਮਲਾ ਸਵੇਰੇ 4 ਵਜੇ ਦੇ ਕਰੀਬ ਸੈਪਾਡਾਈਨ ਐਵੀਨਿਊ ਅਤੇ ਕਿੰਗ ਸਟਰੀਟ ਵੈਸਟ ਦੇ ਇੰਟਰਸੈਕਸ਼ਨ ਤੋਂ ਸਾਹਮਣੇ ਆਇਆ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਇਸ ਨੌਜਵਾਨ ਦੀ ਪਹਿਚਾਣ ਤਾਂ ਉਨ੍ਹਾਂ ਵੱਲੋਂ ਨਹੀਂ ਦੱਸੀ ਗਈ, ਪਰ ਇਹ ਜ਼ਰੂਰ ਗੱਲ ਸਾਂਝੀ ਕੀਤੀ ਗਈ ਹੈ ਕਿ ਇਸ ਦੀ ਉਮਰ 20 ਸਾਲ ਦੇ ਕਰੀਬ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹਲਕੀਆਂ ਸੱਟਾਂ ਹੀ ਆਈਆਂ। ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ, ਜਿਸ ਵੱਲੋਂ ਜਾਂਚ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਹੁਣ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਵੀ ਜਨਤਕ ਨਹੀਂ ਕੀਤੀ ਗਈ। ਲੇਬਰ ਡੇ ਦੇ ਮੌਕੇ ਦੇ ਉੱਪਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਖਾਸ ਸੁਨੇਹਾ ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਪੈਨਸਿਲਵੇਨੀਆ ਦੇ ਵਿੱਚ ਕੁਝ ਯੂਨੀਅਨ ਵਰਕਰਸ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਾਲ ਹੀ ਉਹ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਲੇਬਰ ਡੇ ਦੇ ਮੌਕੇ ਦੇ ਉੱਪਰ ਖਾਸ ਸੁਨੇਹਾ ਜਾਰੀ ਕੀਤਾ ਗਿਆ। ਅੱਜ ਰਾਸ਼ਟਰਪਤੀ ਵੱਲੋਂ ਯੂਨੀਅਨ ਵਰਕਰਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਹ ਉਹ ਯੂਨੀਅਨ ਵਰਕਰਸ ਹਨ ਜਿਹੜੇ ਕਿ ਮਿਲਟਰੀ ਵੈਟਰਨਸ ਵੀ ਨੇ। ਦੱਸੀਏ ਕਿ ਰਾਸ਼ਟਰਪਤੀ ਜੋ ਬਾਈਡਨ ਪੈਨਸਿਲਵੇਨੀਆ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਵੱਲੋਂ ਖਾਸ ਸੁਨੇਹਾ ਜਾਰੀ ਕੀਤਾ ਗਿਆ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਸ ਬਾਰੇ ਹੋਰ ਕੀ ਕਿਹਾ ਗਿਆ, ਉਹਨਾਂ ਨੇ ਆਪਣੇ ਸੁਨੇਹੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। Folks, Labor Day is a special day in the country and here in Milwaukee. This is one of the biggest Labor Day events in America you all have here. And it's a special day to me as well. Because the fact of the matter is I wouldn't be here without unions. Unions. Electricians, iron workers, letter carriers, teamsters, laborers, bricklayers, transit workers, plumbers and pipe fitters, steel workers. I wouldn't be here without cops, firefighters, teachers, nurses. I wouldn't be here without painters, pilots, auto workers, custodians, carpenters, grocery store workers, steel metal workers, and so many others. That's not a joke. That's not a joke. I got elected when I was 29 years old with the United States Senate and with a state that had recently been right to work. You know why? Because union labor endorsed me and fought for me. So the bad news for you all is I'm here because of you. Look, the middle class built America. Everybody knows that. But unions built the middle class. That's a fact. That's a fact. Look, folks, I believe we're at an inflection point in American history. I really mean that. It comes around
every 5 or 6 generations will inflection where one of those moments where everything's changing. Everything's changing. And we're going to have to ask whether we want to be a country that moves forward or backwards. We're going to build a future, or we're going to obsess about the past. I've said many times, we're the only country in the world that's come out of every crisis we ever faced stronger than we went in it. No other nation has done that. And we do it because we've been a nation of unity, of hope, of optimism. Not a nation of division and violence and hatred being preached by some others. 2 ਸੂਟਕੇਸ ਦੇ ਵਿੱਚ 3 ਕਿਲੋ ਨਸ਼ਾ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਗਿਲਟੀ ਪਾਇਆ ਗਿਆ। ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਉਸਨੇ ਦੱਸਿਆ ਕਿ ਉਸ ਵੱਲੋਂ ਇਸ ਮਾਮਲੇ ਨੂੰ ਕਿਉਂ ਅੰਜਾਮ ਦਿੱਤਾ ਗਿਆ। ਜੋ ਉਸਦੀ ਮਜਬੂਰੀ ਸੀ ਉਸ ਦੇ ਬਾਰੇ ਦੱਸਦਾ ਹੋਇਆ ਇਹ ਵਿਅਕਤੀ ਦਿਖਾਈ ਦਿੱਤਾ। ਕੈਨੇਡਾ ਦੇ ਵਿਅਕਤੀ ਨੂੰ 30 ਕਿਲੋ ਕੈਨੇਬੀਜ਼ ਇੰਪੋਰਟ ਕਰਨ ਸੰਬੰਧੀ ਗਿਲਟੀ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਉਸ ਨੂੰ ਬਾਰਬਾਡੋਸ ਵਿੱਚ ਸਜ਼ਾ ਸੁਣਾਈ ਗਈ ਹੈ। ਜਿਸ ਵਿਅਕਤੀ ਵੱਲੋਂ ਅਜਿਹਾ ਕੀਤਾ ਗਿਆ ਉਸ ਦੀ ਉਮਰ 59 ਸਾਲ ਦੇ ਕਰੀਬ ਹੈ, ਜਿਸ ਨੂੰ 36 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਦੱਸ ਦਈਏ ਕਿ ਇਹ ਵਿਅਕਤੀ ਟੋਰਾਂਟੋ ਨਾਲ ਸੰਬੰਧਿਤ ਹੈ, ਜਿਸ ਵੱਲੋਂ 2 ਸੂਟਕੇਸ ਵਿੱਚ ਭਰ ਕੇ 30 ਕਿਲੋ ਭੰਗ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਜੋ ਉਸ ਨੂੰ ਜੁਰਮਾਨਾ ਲੱਗਾ ਉਹ ਅਦਾ ਨਹੀਂ ਕਰ ਸਕਦਾ, ਜਿਸ ਕਾਰਨ ਉਸ ਨੂੰ 36 ਮਹੀਨੇ ਵਾਸਤੇ ਹੁਣ ਸਜ਼ਾ ਸੁਣਾ ਦਿੱਤੀ ਗਈ ਹੈ। ਸ਼ੱਕ ਪੈਣ ਦੇ ਉੱਪਰ ਇਸ ਵਿਅਕਤੀ ਦੇ ਬੈਗ ਗ੍ਰੈਂਟਲੇ ਐਡਮਸ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਚੈੱਕ ਕੀਤੇ ਗਏ। ਇਹ ਮਾਮਲਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਹਮਣੇ ਆਇਆ ਸੀ। ਕਸਟਮ ਅਧਿਕਾਰੀਆਂ ਵੱਲੋਂ ਜਦੋਂ ਲਗੇਜ ਦੀ ਪੜਤਾਲ ਕੀਤੀ ਗਈ ਤਾਂ ਇਸ ਵਿੱਚੋਂ ਉਹਨਾਂ ਨੂੰ 30 ਵੈਕਿਊਮ ਸੀਲਡ ਪੈਕੇਟ ਮਿਲੇ, ਜਿਸ ਵਿੱਚ ਭੰਗ ਲੁਕੋ ਕੇ ਰੱਖੀ ਹੋਈ ਸੀ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਪੈਕੇਟ ਦੂਸਰੇ ਸੂਟਕੇਸ 'ਚੋਂ ਵੀ ਮਿਲੇ। ਕੁੱਲ ਮਿਲਾ ਕੇ ਇਸ ਵਿਅਕਤੀ ਕੋਲੋਂ 30.8 ਕਿਲੋਗ੍ਰਾਮ ਦੀ ਭੰਗ ਬਰਾਮਦ ਹੋਈ, ਜਿਸ ਦੀ ਕੀਮਤ $2,46,000 ਦੱਸੀ ਗਈ। ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਜਾਂਚ ਪੜਤਾਲ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਮਜਬੂਰੀ ਵਿੱਚ ਅਜਿਹਾ ਕਦਮ ਚੁੱਕਣਾ ਪਿਆ। ਪਹਿਲਾਂ ਉਸਨੇ ਕਦੇ ਵੀ ਨਸ਼ੇ ਨੂੰ ਇੰਪੋਰਟ ਜਾਂ ਫਿਰ ਕੋਈ ਗਲਤ ਕੰਮ ਨਹੀਂ ਕੀਤਾ। ਇਸ ਵਿਅਕਤੀ ਵੱਲੋਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਦੀ ਬੇਟੀ ਨੇ 2 ਸਾਲ ਪਹਿਲਾਂ ਸੁਸਾਈਡ ਕਰ ਲਿਆ। ਉਸ ਦੇ ਪਿੱਛੇ 2 ਬੱਚੇ ਰਹਿ ਗਏ। ਹੁਣ ਉਹਨਾਂ ਨੂੰ ਇੱਕ ਚੰਗਾ ਜੀਵਨ ਦੇਣ ਵਾਸਤੇ ਇਸ ਵਿਅਕਤੀ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਜੋ ਕਿ ਗਲਤ ਸੀ। ਦੱਸ ਦਈਏ ਕਿ ਸੱਟਾਂ ਲੱਗਣ ਦੇ ਕਾਰਨ ਇਹ ਵਿਅਕਤੀ ਕੰਮ ਨਹੀਂ ਕਰ ਸਕਦਾ, ਜਿਸ ਕਾਰਨ ਕੈਨੇਡਾ ਵਿੱਚ ਉਸ ਨੂੰ ਡਿਸੇਬਿਲਿਟੀ ਪੈਨਸ਼ਨ ਮਿਲਦੀ ਹੈ ਤੇ ਉਸ ਦੇ ਨਾਮ ਉੱਪਰ $5,000 ਵੀ ਹਨ। ਹੁਣ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਬਾਰੇ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਿਆ ਹੈ। ਪੁਲਿਸ ਵੱਲੋਂ ਨਸ਼ੇ ਖਿਲਾਫ ਕਾਰਵਾਈ ਕੀਤੀ ਗਈ ਹੈ। ਐਰੀਜ਼ੋਨਾ ਦੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਟ੍ਰੈਫਿਕ ਸਟਾਪ ਦੇ ਉੱਪਰ ਨਸ਼ਾ ਬਰਾਮਦ ਕੀਤਾ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ 46 ਪਾਉਂਡ ਫੈਂਟਨਲ ਪਿਲਸ ਉਹਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ। ਨਸ਼ੇ ਖਿਲਾਫ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ। ਟ੍ਰੈਫਿਕ ਸਟਾਪ ਦੌਰਾਨ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਜੀ ਹਾਂ, ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਕੀ ਜਾਣਕਾਰੀ ਮਿਲ ਚੁੱਕੀ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਟ੍ਰੈਫਿਕ ਸਟਾਪ ਦੌਰਾਨ ਐਰੀਜ਼ੋਨਾ ਦੇ ਟਰੂਪਰਸ ਵੱਲੋਂ 46 ਪਾਉਂਡ ਸਸਪੈਕਟਡ ਫੈਂਟਨਲ ਪਿਲ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਗੋਲੀਆਂ ਨੂੰ ਗੱਡੀ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ। ਦੱਸ ਦਈਏ ਕਿ ਮਾਮਲਾ 24 ਅਗਸਤ ਨੂੰ ਰੈੱਡ ਰੌਕ ਨੇੜਿਓਂ ਸਾਹਮਣੇ ਆਇਆ, ਜਿੱਥੇ ਟਰੂਪਰਸ ਵੱਲੋਂ ਟ੍ਰੈਫਿਕ ਸਟਾਪ ਦੇ ਉੱਪਰ ਇੱਕ ਵਾਹਨ ਰੁਕਵਾਇਆ ਗਿਆ। ਇਸ ਬਾਰੇ ਐਰੀਜ਼ੋਨਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਟਰੂਪਰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਵਾਹਨ ਵਿੱਚੋਂ 46 ਪਾਉਂਡ ਗੋਲੀਆਂ ਨਸ਼ੇ ਦੀਆਂ ਬਰਾਮਦ ਹੋਈਆਂ। ਇਨਵੈਸਟੀਗੇਸ਼ਨ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਮੈਕਸੀਕੋ ਤੋਂ ਸਮਗਲਿੰਗ ਕਰਕੇ ਲਿਆਂਦੀਆਂ ਗਈਆਂ। ਪੁਲਿਸ ਅਧਿਕਾਰੀਆਂ ਵੱਲੋਂ ਡਰਾਈਵਰ ਦੀ ਪਹਿਚਾਣ ਜਨਤਕ ਕੀਤੀ ਗਈ। ਇਸ ਦੀ ਪਹਿਚਾਣ ਓਕਾਸੀਓ ਦੇ ਤੌਰ ਦੇ ਉੱਪਰ ਦੱਸੀ ਗਈ, ਜੋ ਕਿ ਫੀਨਿਕਸ ਨਾਲ ਸੰਬੰਧਿਤ ਹੈ। ਕਾਰਵਾਈ ਕਰਦਿਆਂ ਅਧਿਕਾਰੀਆਂ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਉੱਪਰ ਚਾਰਜਸ ਵੀ ਲਗਾਏ ਗਏ। ਅਧਿਕਾਰੀਆਂ ਵੱਲੋਂ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ।
ਪੰਜਾਬੀਆਂ ਦਾ ਇੱਕ ਹੋਰ ਕਾਰਾ ਆਇਆ ਸਾਹਮਣੇ। ਸੈਕਸ਼ੂਅਲ ਅਸੌਲਟ ਦੇ ਵਿੱਚ ਆਇਆ ਨਾਮ। ਕੈਨੇਡਾ ਵਿੱਚ 10 ਵਿਅਕਤੀਆਂ ਦਾ ਕਤਲ, ਮੰਦਭਾਗੀ ਘਟਨਾ ਆਈ ਸਾਹਮਣੇ। ਯਾਤਰੀਆਂ ਦੀ ਗਿਣਤੀ ਵਿੱਚ ਵਾਧਾ, ਲੌਂਗ ਵੀਕਐਂਡ ਦੇ ਬਾਰੇ ਆਈ ਜਾਣਕਾਰੀ। ਵਰਕਰਾਂ ਨੇ ਬੋਲੇ ਜਗਮੀਤ ਸਿੰਘ, ਸਾਂਝੀਆਂ ਕੀਤੀਆਂ ਕੁਝ ਕਹਾਣੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।